ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਨੈਕਸਟ ਟੌਪਿਕ ਕਰ ਰਹੇ ਹਾਂ। ਚੈਪਟਰ ਦਾ ਨਾਮ ਹੈ ਇੰਪੋਰਟੈਂਸ ਆਫ ਐਨ ਆਫਿਸ ਅਤੇ ਉਹਦਾ ਨੈਕਸਟ ਟੌਪਿਕ ਹੈ ਕਿਹੜਾ ਕੀ ਹੈ, ਫੰਕਸ਼ਨਸ ਆਫ ਮੈਨੇਜਮੈਂਟ। ਠੀਕ ਹੈ, ਫੰਕਸ਼ਨਸ ਕੀ ਮੈਨੇਜਮੈਂਟ ਜਿਹੜਾ ਮੈਨੇਜਰਸ ਉਹ ਕਿਹੜੇ ਕਿਹੜੇ ਫੰਕਸ਼ਨਸ ਪਰਫੋਰਮ ਕਰਦੇ ਆ। ਬੱਚਾ ਫਸਟ ਆਫ ਆਲ ਇਹਦੇ ਵਿੱਚ ਧਿਆਨ ਨਾਲ ਸੁਣਨਾ ਕਿ ਜਿਹੜੀ ਚੀਜ਼ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਇਹਦੇ ਵਿੱਚ ਦੋ ਤੁਸੀਂ ਲਿਖ ਸਕਦੇ ਹੋ ਜੋ ਆਨਸਰਸ। ਪਹਿਲਾ ਤਾਂ ਇਹ ਹੈ ਕਿ ਜਿਹੜਾ ਤੁਸੀਂ ਸੈਕਿੰਡ ਚੈਪਟਰ ਦੇ ਵਿੱਚ ਕੀਤਾ ਹੈ ਨਾ, ਦੇਖਦੀ ਹਾਂ ਮੈਂ ਤੁਹਾਨੂੰ ਪੇਜ ਨੰਬਰ ਦੱਸਦੀ ਹਾਂ ਬੱਚੇ। ਸੈਕਿੰਡ ਚੈਪਟਰ ਦੇ ਵਿੱਚ ਆਪਾਂ ਕੀਤਾ ਸੀ ਸਕੈਂਡਰੀ ਪੇਜ ਨੰਬਰ 2.7, ਪੇਜ ਨੰਬਰ 2.7 ਇਹਦੇ ਵਿੱਚ ਆਪਾਂ ਸਕੈਂਡਰੀ ਫੰਕਸ਼ਨਸ ਕੀਤੇ ਸੀ। ਸਕੈਂਡਰੀ ਫੰਕਸ਼ਨਸ ਦੇ ਵਿੱਚ ਐਡਮਿਨਿਸਟ੍ਰੇਟਿਵ ਫੰਕਸ਼ਨਸ ਦੇ ਵਿੱਚ ਕੀਤੇ ਸੀ ਨਾ, ਪਲੈਨਿੰਗ, ਔਰਗਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਟਿੰਗ, ਕੰਟਰੋਲਿੰਗ। ਤੁਸੀਂ ਫੰਕਸ਼ਨਸ ਆਫ ਐਨ ਮੈਨੇਜਮੈਂਟ ਦੇ ਵਿੱਚ ਇਹ ਵੀ ਲਿਖ ਸਕਦੇ ਜੋ। ਠੀਕ ਹੈ, ਪਲੈਨਿੰਗ, ਔਰਗਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਟਿੰਗ, ਕੰਟਰੋਲਿੰਗ। ਬਟ ਲਿਖਣੇ ਕਿੱਦਾਂ ਵਾ, ਸਟੈਪ ਵਾਈਜ਼। ਪਹਿਲਾਂ ਪਲੈਨਿੰਗ ਹੀ ਲਿਖੋਗੇ, ਫਿਰ ਔਰਗਨਾਈਜ਼ਿੰਗ ਹੀ ਲਿਖੋਗੇ, ਫਿਰ ਸਟਾਫਿੰਗ ਹੀ ਲਿਖੋਗੇ, ਫਿਰ ਡਾਇਰੈਕਟਿੰਗ, ਫਿਰ ਕੋਆਰਡੀਨੇਟਿੰਗ ਐਂਡ ਕੰਟਰੋਲਿੰਗ। ਜੇ ਤੁਸੀਂ ਪਹਿਲਾਂ ਕੋਆਰਡੀਨੇਟਿੰਗ ਲਿਖਾਂਦੇ ਜੋ, ਫਿਰ ਡਾਇਰੈਕਟਿੰਗ ਲਿਖਾਂਦੇ ਜੋ, ਫਿਰ ਕੰਟਰੋਲਿੰਗ ਲਿਖਾਂਦੇ ਜੋ, ਫਿਰ ਸਟਾਫਿੰਗ, ਇਹਦਾ ਮਤਲਬ ਤੁਹਾਡਾ ਆਨਸਰ ਮੈਂ ਪੂਰਾ ਗਲਤ ਕਰਨਾ। ਇਹ ਪ੍ਰੋਸੈਸ ਆ, ਪ੍ਰੋਸੈਸ ਦੇ ਵਿੱਚ ਤੁਸੀਂ ਹਮੇਸ਼ਾ ਫੰਕਸ਼ਨਸ ਆ, ਇੱਕ ਫੰਕਸ਼ਨ ਪਰਫੋਰਮ ਕਰਕੇ ਉਸ ਤੋਂ ਬਾਅਦ ਦੂਜਾ ਕਰਾਂਗੇ। ਇਹ ਨਹੀਂ ਹੋ ਸਕਦਾ ਕਿ ਦੂਜਾ ਕਰ ਲਈਏ ਅਤੇ ਪਹਿਲਾਂ ਬਾਅਦ 'ਚੋਂ ਇੱਦਾਂ ਨਹੀਂ ਹੋਏਗਾ। ਠੀਕ ਹੈ, ਜਾਂ ਤਾਂ ਆਹ ਆਨਸਰ ਲਿਖ ਸਕਦੇ ਜੋ, ਅਤੇ ਜਾਂ ਜਿਹੜਾ ਆਪਾਂ ਹੁਣ ਕਰਨ ਲੱਗੇ ਹਾਂ ਪੇਜ ਨੰਬਰ 4.8 'ਤੇ, ਪੇਜ ਨੰਬਰ 4.8 'ਤੇ ਇਹਦੇ ਵਿੱਚ ਉਹਨੇ ਫਸਟ ਆਫ ਆਲ ਕੀ ਦੱਸਿਆ ਵਾ ਕਿ ਫੰਕਸ਼ਨਸ ਆਫ ਮੈਨੇਜਮੈਂਟ ਦੇ ਇਹ ਵੀ ਇੱਦਾਂ ਹੀ ਆ ਕਿ ਤੁਸੀਂ ਸਟੈਪ ਵਾਈਜ਼ ਚੱਲੋਗੇ। ਜੇ ਇੱਥੇ ਇਹਨੇ ਪਹਿਲਾਂ ਫੋਰਕਾਸਟਿੰਗ ਲਿਖਿਆ ਤਾਂ ਪਹਿਲਾਂ ਫੋਰਕਾਸਟਿੰਗ ਲਿਖੋਗੇ, ਫਿਰ ਪਲੈਨਿੰਗ, ਫਿਰ ਔਰਗਨਾਈਜ਼ਿੰਗ ਐਂਡ ਫਿਰ ਡਾਇਰੈਕਟਿੰਗ ਐਂਡ ਲਾਸਟ ਇਜ਼ ਦਾ ਕੰਟਰੋਲਿੰਗ। ਠੀਕ ਹੈ ਜੀ ਬੱਚੇ। ਫੋਰਕਾਸਟਿੰਗ ਦੇ ਵਿੱਚ ਬੱਚੇ ਵੇਖੋ ਉਹਨੇ ਕੀ ਕੀਤਾ ਹੈ। ਫੋਰਕਾਸਟਿੰਗ ਦੇ ਵਿੱਚ ਉਹਨੇ ਬਿਜ਼ਨਸ ਆਪਰੇਟਸ ਇਨ ਅ ਡਾਇਨਾਮਿਕ एनवायरनमेंट, चेंजेस keep on taking place in the external environment, management in order to be proactive has to make timely and accurate predictions of these changes. Forecasting is systematic estimation of future business environment, be it competitive environment or technological environment or economic or political environment। ਕਹਿੰਦਾ ਫੋਰਕਾਸਟਿੰਗ ਦੇ ਵਿੱਚ ਫੋਰਕਾਸਟ ਦਾ ਮਤਲਬ ਕਿ ਤੁਸੀਂ ਕੋਈ ਚੀਜ਼ ਨੂੰ ਪ੍ਰੈਡਿਕਟ ਕਰਦੇ ਜੋ। ਠੀਕ ਹੈ, ਪ੍ਰੈਡਿਕਟ ਕਰ ਰਿਹਾ, ਫਿਊਚਰ ਪ੍ਰੈਡਿਕਟ ਕਰਨ ਜੋ ਕਿ ਫਿਊਚਰ ਦੇ ਵਿੱਚ ਜੇ ਮੈਂ ਆਹ ਪ੍ਰੋਡਕਟ ਬਣਾਊਂਗਾ ਤਾਂ ਮੇਰਾ ਉਹ ਬਹੁਤ ਜ਼ਿਆਦਾ ਚੱਲੇਗਾ। ਸਮਝ ਆ ਰਹੀ ਹੈ। ਸੋ ਫੋਰਕਾਸਟਿੰਗ ਦਾ ਮਤਲਬ ਹੀ ਇਹੀ ਆ ਕਿ ਜਦੋਂ ਤੁਸੀਂ ਕੀ ਕਰਦੇ ਜੋ, ਕਿਸੇ ਵੀ ਚੀਜ਼ ਨੂੰ ਫੋਰਕਾਸਟ ਕਰਦੇ ਜੋ ਕਿ ਜੇ ਮੈਂ ਆਹ ਪ੍ਰੋਡਕਟ ਬਣਾਊਂਗਾ ਤਾਂ ਇਹ ਮੇਰਾ ਪ੍ਰੋਡਕਟ ਬਹੁਤ ਜ਼ਿਆਦਾ ਚੱਲੂਗਾ। ਸੋ ਫਸਟ ਫੰਕਸ਼ਨ ਕੀ ਆ ਮੈਨੇਜਮੈਂਟ ਦਾ, ਮੈਨੇਜਰਸ ਦਾ ਫਸਟ ਫੰਕਸ਼ਨ ਆ ਪਹਿਲਾਂ ਤਾਂ ਇਹ ਵੇਖਣਾ, ਫਿਊਚਰ ਵੇਖਣਾ ਕਿ ਜੇ ਮੈਂ ਆਹ ਪ੍ਰੋਡਕਟ ਬਣਾਊਂਗਾ ਤਾਂ ਉਹ ਪ੍ਰੋਡਕਟ ਚੱਲੂਗਾ ਵੀ ਜਾਂ ਨਹੀਂ ਚੱਲੂਗਾ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸੋਚ ਲਿਆ ਕਿ ਮੈਂ ਕਿਹੜਾ ਬਿਜ਼ਨਸ ਸ਼ੁਰੂ ਕਰਨਾ, ਸ਼ੂਜ਼ ਦਾ ਬਿਜ਼ਨਸ ਸ਼ੁਰੂ ਕਰਨਾ। ਕਿ ਮੈਨੂੰ ਐਂ ਲੱਗਦਾ ਕਿ ਕੋਈ ਮਾਰਕੀਟ ਦੇ ਵਿੱਚ ਬ੍ਰਾਂਡਡ ਸ਼ੂਜ਼ ਨਹੀਂ ਹੈਗੇ। ਸੋ ਮੈਂ ਜਦੋਂ ਸ਼ੂਜ਼ ਦਾ ਬਿਜ਼ਨਸ ਸੋਚਿਆ ਸ਼ੁਰੂ ਕਰਨਾ, ਫਿਰ ਉਸ ਤੋਂ ਬਾਅਦ ਮੈਂ ਕੀ ਕੀਤੀ, ਪਲੈਨਿੰਗ ਕੀਤੀ ਕਿ ਸਾਰਾ ਕੁਝ ਕਿੱਦਾਂ ਹੋਊਗਾ, ਮੈਂ ਕਿੱਥੇ ਆਪਣੀ ਬਿਜ਼ਨਸ ਸੈਟਅਪ ਕਰਨਾ ਵਾ, ਕਿਹੜੀ ਜਗ੍ਹਾ 'ਤੇ ਸੈਟਅਪ ਕਰਨਾ, ਕਿੰਨੇ ਲੋਕ ਰੱਖਣੇ ਆ, ਮਾਲ ਕਿੱਥੋਂ ਲੈਣਾ। ਦੈਟ ਮੀਨਸ ਪਲੈਨਿੰਗ ਕਰਨੀ। ਠੀਕ ਹੈ, ਪਲੈਨਿੰਗ ਇਜ਼ ਦ ਪ੍ਰੋਸੈਸ ਆਫ ਪ੍ਰੀਪੇਅਰਿੰਗ ਡਿਫਰੈਂਟ ਪਲਾਨਸ ਆਫ ਐਨ ਆਰਗਨਾਈਜੇਸ਼ਨ। ਪਲਾਨ ਮੀਨਸ ਅ ਡਿਟੇਲ ਸਟੇਟਮੈਂਟ ਆਫ ਫਿਊਚਰ ਕੋਰਸ ਆਫ ਐਕਸ਼ਨ। ਇਨ ਅਦਰ ਵਰਡਸ ਪਲੈਨਿੰਗ ਇਜ਼ ਡਿਸਾਈਡਿੰਗ ਇਨ ਐਡਵਾਂਸ। ਪਹਿਲਾਂ ਹੀ ਸੋਚਣਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਕੀ ਸੋਚਿਆ ਕਿ ਸ਼ੂਜ਼ ਦਾ ਬਿਜ਼ਨਸ ਸ਼ੁਰੂ ਕਰਨਾ, ਵਟ ਟੂ ਡੂ, ਵੈਨ ਟੂ ਡੂ, ਹਾਊ ਟੂ ਡੂ ਐਂਡ ਬਾਈ ਹੋਮ ਟੂ ਡੂ। ਠੀਕ ਹੈ, ਕਿ ਕਿੰਨੇ ਕਰਨਾ ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕੀ ਹਾਂ। ਪਲੈਨਿੰਗ ਵਾਲਾ ਆਪਾਂ ਸੈਕਿੰਡ ਚੈਪਟਰ 'ਚ ਪੜ੍ਹ ਚੁੱਕੇ ਹਾਂ। ਉੱਥੋਂ ਤੁਸੀਂ ਸੇਮ ਟੂ ਸੇਮ ਡਿਟੋ ਚੁੱਕ ਕੇ ਪਲੈਨਿੰਗ ਦਾ ਇੱਥੇ ਲਿਖ ਸਕਦੇ ਜੋ। ਠੀਕ ਹੈ ਬੱਚੇ, ਬਾਰ-ਬਾਰ ਉਹੀ ਚੀਜ਼ ਥੋੜ੍ਹੀ ਕਰਾਂਗੇ ਆਪਾਂ। ਠੀਕ ਹੈ, ਪਲੈਨਿੰਗ ਦਾ ਉੱਥੋਂ ਵੀ ਸਿੱਧਾ ਲਿਖ ਸਕਦੇ। ਇਹਦੇ ਵਿੱਚ ਇੱਕ ਹੋਰ ਲਾਈਨ ਹੈ, ਦੈਟ ਮੀਨਸ ਕਿਹੜੀ ਆ, ਸਵੋਟ ਐਨਾਲਿਸਿਸ। ਬੱਚੇ ਸਵੋਟ ਐਨਾਲਿਸਿਸ ਦਾ ਮਤਲਬ ਹੁੰਦਾ ਕਿ ਤੁਹਾਨੂੰ ਔਰਗਨਾਈਜੇਸ਼ਨ ਨੂੰ ਆਪਣੀਆਂ ਐਸ ਤੋਂ ਸਟਰੈਂਥਸ, ਐਸ ਤੋਂ ਕੀ ਆ ਸਟਰੈਂਥਸ, ਡਬਲਿਊ ਤੋਂ ਵੀਕਨੈਸ, ਓ ਤੋਂ ਓਪਰਚੁਨਿਟੀਜ਼ ਐਂਡ ਟੀ ਤੋਂ ਥ੍ਰੈਟਸ ਆਫ ਦ ਔਰਗਨਾਈਜੇਸ਼ਨ। ਕਹਿੰਦਾ ਵਾ ਕਿ ਜਿਹੜਾ ਸਵੋਟ ਪਤਾ ਹੋਣਾ ਚਾਹੀਦਾ ਔਰਗਨਾਈਜੇਸ਼ਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਮੇਰੀ ਸਟਰੈਂਥ ਕੀ ਆ, ਮੇਰਾ ਮੇਨ। ਜਿੱਦਾਂ ਫੋਰ ਐਗਜ਼ਾਮਪਲ ਜਦੋਂ ਆਪਾਂ ਉਹਦੇ ਵਿੱਚ ਜਾਈਦਾ ਕ੍ਰਿਕਟ ਦੇਖੀ ਦੀ, ਅਤੇ ਕ੍ਰਿਕਟ ਦੇ ਵਿੱਚ ਇਹ ਕਹਿੰਦੇ ਨਾ ਕਿ ਜੇ ਬੈਟਸਮੈਨ ਨੂੰ ਪਤਾ ਮੇਰੀ ਸਟਰੈਂਥ ਕੀ ਆ, ਕਿ ਮੈਂ ਜੇ ਇੱਥੇ ਬਾਲ ਆਊਗੀ ਤਾਂ ਮੈਂ ਛੱਕਾ ਜਾਊਗਾ ਹੀ ਜਾਊਗਾ, ਉਹਨੂੰ ਇਹ ਵੀ ਪਤਾ ਮੇਰੀ ਵੀਕਨੈਸ ਕੀ ਆ। ਅਤੇ ਓਪਰਚੁਨਿਟੀਜ਼ ਦਾ ਮਤਲਬ ਕਿ ਇੱਕ ਕਦੋਂ ਉਹਨੂੰ ਐਂ ਲੱਗਦਾ ਵਾ ਕਿ ਜੇ ਬੇਕਾਰ ਬਾਲ ਵੀ ਗਈ ਆ ਤਾਂ ਉਹਨੇ ਉਹਦੇ 'ਤੇ ਛੱਕਾ ਮਾਰਨਾ ਹੈ। ਠੀਕ ਹੈ, ਐਂਡ ਥ੍ਰੈਟਸ ਕਦੋਂ ਡਰ ਲੱਗਦਾ ਉਹਨੂੰ। ਠੀਕ ਹੈ, ਬੈਟਸਮੈਨ ਨੂੰ ਇੱਦਾਂ ਹੀ ਕਹਿੰਦੇ ਔਰਗਨਾਈਜੇਸ਼ਨ ਨੂੰ ਆਪਣਾ ਪਤਾ ਹੋਣਾ ਚਾਹੀਦਾ ਕਿ ਮੇਰੇ ਸਟਰੈਂਥਸ ਕੀ ਆ, ਮੇਰੀਆਂ ਵੀਕਨੈਸ ਕੀ ਆ, ਮੇਰੀਆਂ ਓਪਰਚੁਨਿਟੀਜ਼ ਦਾ ਮਤਲਬ ਇਹ ਕਿ ਜੇ ਮਾਰਕੀਟ ਬੰਦ ਹੋ ਗਈ ਇੱਕ ਕੋਈ ਕੰਪਨੀ ਜਾਂ ਸ਼ੂਜ਼ ਦੀ ਜਾਂ ਕੋਈ ਵੀ ਮਾਰਕੀਟ ਬੰਦ ਹੋ ਗਈ ਆ, ਜਿੱਦਾਂ ਫੋਰ ਐਗਜ਼ਾਮਪਲ ਜਿੱਦਾਂ ਕਿ ਹੁਣ ਚਾਈਨਾ ਦੇ ਪ੍ਰੋਡਕਟਸ ਬੰਦ ਕਰਤੇ। ਠੀਕ ਹੈ ਨਾ, ਤਾਂ ਹੁਣ ਇੰਡੀਆ ਵਾਲਿਆਂ ਲਈ ਓਪਰਚੁਨਿਟੀ ਬਣੀ ਆ ਕਿ ਉਹ ਕੀ ਕਰ ਸਕਦੇ ਆ ਕਿ ਕੋਈ ਨਵੀਆਂ ਐਪਸ ਬਣਾ ਸਕਦੇ। ਜਿੱਦਾਂ ਟਿਕਟੋਕ ਕਹਿੰਦੇ ਬੈਨ ਹੋਏਗੀ ਆ ਇੰਡੀਆ ਦੇ ਵਿੱਚ, ਹੈ ਨਾ। ਅਤੇ ਇਹਦੇ ਵਿੱਚ ਕੀ ਹੋ ਸਕਦਾ ਹੈ ਕਿ ਓਪਰਚੁਨਿਟੀ ਇੰਡੀਆ ਵਾਲਿਆਂ ਲਈ, ਇੰਡੀਆ ਦੇ ਲੋਕਾਂ ਲਈ ਓਪਰਚੁਨਿਟੀ ਆ ਕਿ ਉਹ ਇੱਦਾਂ ਦੀ ਕੋਈ ਐਪ ਬਣਾਉਣ ਜਿਹਦੇ ਵਿੱਚ ਕਿ ਟਿਕਟੋਕ ਵਾਂਗੂ ਹੀ ਉਹ ਹਰ ਇੱਕ ਚੀਜ਼ ਕੀ ਹੋਵੇ, ਟਿਕਟੋਕ ਵਾਂਗੂ ਹੀ ਉਹ ਸਾਰੇ ਫੀਚਰਸ ਪ੍ਰੋਵਾਈਡ ਕਰੇ। ਦੈਟ ਮੀਨਸ ਓਪਰਚੁਨਿਟੀ ਆ। ਥ੍ਰੈਟ ਕੀ ਆ, ਦੇਖੋ ਹੁਣ ਚਾਈਨਾ ਨੂੰ ਥ੍ਰੈਟ ਹੋ ਗਿਆ ਨਾ, ਕਿ ਥ੍ਰੈਟ ਆ, ਡਰ ਆ ਕਿ ਉਹਨਾਂ ਦੇ 59 ਐਪਸ ਬੰਦ ਹੋ ਜਾਣੀਆਂ। ਠੀਕ ਹੈ ਨਾ। ਸੋ ਦੈਟਸ ਵਾਈ ਕਿ ਕਹਿੰਦੇ ਔਰਗਨਾਈਜੇਸ਼ਨ ਨੂੰ ਆਪਣੀਆਂ ਸਟਰੈਂਥਸ, ਵੀਕਨੈਸ ਅਤੇ ਓਪਰਚੁਨਿਟੀਜ਼ ਅਤੇ ਥ੍ਰੈਟਸ ਦਾ ਪਤਾ ਹੋਣਾ ਚਾਹੀਦਾ। ਨੈਕਸਟ ਵਨ ਇਜ਼ ਦੈਟ ਔਰਗਨਾਈਜ਼ਿੰਗ। ਬੱਚੇ ਔਰਗਨਾਈਜ਼ਿੰਗ ਵੀ ਆਪਾਂ ਪਿਛਲੇ ਚੈਪਟਰ 'ਚੋਂ ਸੇਮ ਟੂ ਸੇਮ ਡਿਟੋ ਚੁੱਕ ਕੇ ਤੁਸੀਂ ਜੋ ਮੈਂ ਤੁਹਾਨੂੰ ਪੜ੍ਹਾਇਆ ਸੀ
ਉਹ ਤੁਸੀਂ ਕਰੋਗੇ ਜੋ ਆਪਾਂ ਸੈਕਿੰਡ ਚੈਪਟਰ 'ਚ ਕੀਤਾ। ਬਟ ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਿੰਦੀ, ਔਰਗਨਾਈਜ਼ਿੰਗ ਦਾ ਮਤਲਬ ਹੁੰਦਾ ਹਰ ਇੱਕ ਚੀਜ਼ ਲਈ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਵਾ, ਜਗ੍ਹਾ ਹੋਣੀ ਚਾਹੀਦੀ, ਹਰ ਇੱਕ ਚੀਜ਼ ਔਰਗਨਾਈਜ਼ ਵਧੀਆ ਕੀਤੀ ਹੋਣੀ ਚਾਹੀਦੀ। ਤੁਹਾਡੇ ਕੋਲ ਜੇ ਮਨੀ ਦੀ ਲੋੜ ਆ ਮਨੀ ਹੋਣੀ ਚਾਹੀਦੀ, ਮਸ਼ੀਨਰੀ ਦੀ ਲੋੜ ਆ ਮਸ਼ੀਨਰੀ ਹੋਣੀ ਚਾਹੀਦੀ ਹੈ, ਐਂਡ ਹਿਊਮਨ ਰਿਸੋਰਸ ਹੋਣੇ ਚਾਹੀਦੇ। ਅਤੇ ਹਰ ਇੱਕ ਚੀਜ਼ ਜਿੱਦਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਔਰਗਨਾਈਜੇਸ਼ਨ ਦੇ ਵਿੱਚ ਕਿ ਤੁਹਾਨੂੰ ਜੇ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨ ਦੇ ਜੋ, ਤਾਂ ਤੁਹਾਨੂੰ ਉੱਥੇ ਮੈਨ ਵੀ ਚਾਹੀਦੇ, ਅਤੇ ਮੈਨ ਵਰਕਰਸ ਦੇ ਬਹਿਣ ਲਈ ਤੁਹਾਨੂੰ ਕੀ ਚਾਹੀਦਾ, ਫਰਨੀਚਰ ਵੀ ਚਾਹੀਦਾ ਵਾ, ਅਤੇ ਫਰਨੀਚਰ ਤੋਂ ਬਾਅਦ ਉਹਨਾਂ ਨੂੰ ਜਗ੍ਹਾ ਵੀ ਚਾਹੀਦੀ ਹੈ। ਦੈਟ ਮੀਨਸ ਹਰ ਇੱਕ ਚੀਜ਼ ਔਰਗਨਾਈਜ਼ ਹੋਣੀ ਚਾਹੀਦੀ। ਜੇ ਤੁਸੀਂ ਨਵਾਂ ਮੈਨੇਜਰ ਰੱਖਿਆ ਉਹਦੇ ਲਈ ਤੁਹਾਡੇ ਕੋਲ ਔਰਗਨਾਈਜ਼ ਹੋਣਾ ਚਾਹੀਦਾ ਹੈ ਕਿ ਉਹਦੇ ਲਈ ਨਵਾਂ ਆਫਿਸ ਬਣਨਾ ਚਾਹੀਦਾ। ਠੀਕ ਹੈ, ਇਹਦੇ ਵਿੱਚ ਕੀ ਹੈ, ਆਈਡੈਂਟੀਫਿਕੇਸ਼ਨ ਆਫ ਐਕਟੀਵਿਟੀਜ਼ ਨੀਡਡ ਟੂ ਬੀ ਪਰਫਾਰਮਡ ਇਨ ਦਾ ਬਿਜ਼ਨਸ। ਆਈਡੈਂਟੀਫਾਈ ਕੀਤੀਆਂ ਐਕਟੀਵਿਟੀਜ਼, ਫਿਰ ਗਰੁੱਪਿੰਗ ਕੀਤੀਆਂ, ਉਹੀ ਗੱਲ ਹੋ ਗਈ ਜਿੱਦਾਂ ਕਮਰਸ ਡਿਪਾਰਟਮੈਂਟ ਇੱਕ ਪਾਸੇ ਰੱਖਤਾ, ਸਾਇੰਸ ਡਿਪਾਰਟਮੈਂਟ ਇੱਕ ਪਾਸੇ ਰੱਖਤਾ, ਸਮਝ ਆ ਗਈ। ਅਤੇ ਫਿਰ ਸੁਪੀਰੀਅਰ ਪੜ੍ਹਿਆ ਨਾ ਸਾਰਾ ਕੁਛ, ਸੁਪੀਰੀਅਰ ਸਬੋਰਡੀਨੇਟ ਰਿਲੇਸ਼ਨਸ਼ਿਪ ਰੱਖਣਾ। ਸੁਪੀਰੀਅਰ ਸਬੋਰਡੀਨੇਟ ਮਤਲਬ ਕਿ ਪ੍ਰਿੰਸੀਪਲ ਸਰ ਨੇ ਕਮਰਸ ਵਾਲਿਆਂ ਨੂੰ ਜੋ ਦੱਸਣਗੇ, ਅਤੇ ਕਮਰਸ ਵਾਲੇ ਜਾ ਕੇ ਫਿਰ ਪ੍ਰਿੰਸੀਪਲ ਸਰ ਨੂੰ ਦੱਸਣਗੇ ਕਿ ਸਰ ਬੱਚਿਆਂ ਨੇ ਇੰਨਾ ਕੰਮ ਕਰ ਲਿਆ। ਠੀਕ ਹੈ, ਉਸ ਤੋਂ ਬਾਅਦ ਡੈਲੀਗੇਟ ਕਰ ਦੇਣੀ ਹੈ ਕਿਸੇ ਟਾਈਮ, ਜੇ ਟੀਚਰਸ ਨੂੰ ਵੀ ਲੱਗਦਾ ਵਾ ਕਿ ਅਸੀਂ ਸਾਰਾ ਕੁਝ ਪੜ੍ਹਾ ਚੁੱਕੇ ਹਾਂ, ਅਤੇ ਆਪਣੀਆਂ ਜਿਹੜੀਆਂ ਪਾਵਰਸ ਆ ਟੀਚਰ ਡੈਲੀਗੇਟ ਕਰ ਸਕਦਾ, ਕਿਹਨੂੰ ਕਰ ਸਕਦਾ, ਬੱਚਿਆਂ ਨੂੰ। ਜਿੱਦਾਂ ਕਿਸੇ ਵੇਲੇ ਕਹਿ ਦਿੰਦਾ ਨਾ ਕਿ ਤੁਸੀਂ ਕਿ ਇੱਕ ਜਾਣੇ ਬੱਚੇ ਨੂੰ ਕਹਿ ਦਿੰਦਾ ਕਿ ਸਾਰੀ ਕਲਾਸ ਕੋਲੋਂ ਸੁਣੋ ਵੀ ਇਹਨਾਂ ਨੂੰ ਆਉਂਦਾ ਕਿ ਨਹੀਂ ਆਉਂਦਾ, ਦੈਟ ਮੀਨਸ ਡੈਲੀਗੇਟ ਕੀਤੀਆਂ ਅਥੋਰਿਟੀਜ਼। ਠੀਕ ਹੈ ਬੱਚੇ, ਡਾਇਰੈਕਟਿੰਗ ਦਾ ਮੈਂ ਤੁਹਾਨੂੰ ਪਹਿਲਾਂ ਵੀ ਸਮਝਾ ਚੁੱਕੀ ਹੈ, ਬਾਰ-ਬਾਰ ਉਹੀ ਚੀਜ਼ ਆ ਰਹੀਆਂ। ਡਾਇਰੈਕਟਿੰਗ ਫੰਕਸ਼ਨ ਆਫ ਮੈਨੇਜਮੈਂਟ ਇਨਵੋਲਵਸ ਮੈਨੇਜਿੰਗ ਇੰਟਰਪਰਸਨਲ ਐਕਟੀਵਿਟੀਜ਼, ਲੀਡਿੰਗ, ਕਮਿਊਨੀਕੇਟਿੰਗ, ਸੁਪਰਵਾਈਜ਼ਿੰਗ ਐਂਡ ਮੋਟੀਵੇਟਿੰਗ। ਲੀਡਿੰਗ ਰੈਫਰਸ ਟੂ ਦ ਪ੍ਰੋਸੈਸ ਆਫ ਇਨਫਲੂਐਂਸਿੰਗ ਦ ਬਿਹੇਵੀਅਰ ਆਫ ਅਦਰਸ ਸੋ ਦੈਟ ਦੇ ਆਰ ਐਂਟਰ ਵਲੰਟਰਲੀ ਆਫ ਕੋਆਪਰੇਸ਼ਨ ਆਫ ਦ ਰਿਅਲਾਈਜੇਸ਼ਨ ਆਫ ਆਰਗਨਾਈਜੇਸ਼ਨ ਗੋਲਸ। ਬੱਚੇ ਇਹਦੇ ਵਿੱਚ ਆਪਾਂ 4 ਚੀਜ਼ਾਂ ਪੜ੍ਹੀਆਂ ਸੀ ਨਾ ਸੈਕਿੰਡ ਚੈਪਟਰ ਦੇ ਵਿੱਚ, ਇਹਦੇ ਵਿੱਚ ਕੀ ਆਉਂਦਾ ਵਾ, ਲੀਡਿੰਗ ਅਤੇ ਕਮਿਊਨੀਕੇਟਿੰਗ, ਸੁਪਰਵਾਈਜ਼ਿੰਗ ਐਂਡ ਮੋਟੀਵੇਟਿੰਗ। ਲੀਡਿੰਗ ਦੇ ਵਿੱਚ, ਡਾਇਰੈਕਟਿੰਗ ਦੇ ਵਿੱਚ ਕੀ ਹੋਊਗਾ ਕਿ ਜਿਹੜਾ ਮੈਨੇਜਰ ਉਹ ਐਜ਼ ਏ ਲੀਡਰ ਹੋਊਗਾ, ਉਹ ਹਰ ਇੱਕ ਨੂੰ ਹਰ ਇੱਕ ਕੰਮ ਦੱਸੂਗਾ। ਫਿਰ ਜਿਹੜਾ ਮੈਨੇਜਰ ਉਹ ਵਰਕਰਸ ਨਾਲ ਕਮਿਊਨੀਕੇਟ ਕਰੂਗਾ, ਫਿਰ ਸੁਪਰਵਾਈਜ਼ ਕਰੂਗਾ। ਮੈਨੇਜਰ ਨੇ ਇਹ ਵੇਖਣਾ ਕਿ ਵਰਕਰਸ ਨੇ ਕੰਮ ਕੀਤਾ ਕਿ ਨਹੀਂ ਕੀਤਾ, ਅਤੇ ਜੇ ਨਹੀਂ ਵੀ ਕੀਤਾ ਤਾਂ ਉਹਨਾਂ ਨੂੰ ਮੋਟੀਵੇਟ ਕਰਨਾ, ਅਤੇ ਜੇ ਉਹਨਾਂ ਨੇ ਵਧੀਆ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੀ ਕਰਨਾ ਵਾ, ਮੋਟੀਵੇਟ ਕਰਨਾ ਵਾ ਕਿ ਤੁਸੀਂ ਇੰਨਾ ਵਧੀਆ ਕੰਮ ਕੀਤਾ। ਬੱਚੇ ਸਾਰਾ ਕੁਝ ਆਪਾਂ ਪੜ੍ਹ ਚੁੱਕੇ ਹਾਂ ਪਹਿਲਾਂ, ਮੈਂ ਇਹਨੂੰ ਬਰੀਫ ਦੇ ਵਿੱਚ ਨਹੀਂ ਸਮਝਾਉਂਗੀ, ਮੈਂ ਉੱਤੋਂ ਸਮਝਾਉਂਦੀ ਕਿਉਂਕਿ ਆਪਾਂ ਸਾਰਾ ਕੁਝ ਸੈਕਿੰਡ ਚੈਪਟਰ 'ਚ ਪੜ੍ਹ ਚੁੱਕੇ ਹਾਂ। ਠੀਕ ਹੈ ਜੀ, ਐਂਡ ਲਾਸਟ one is that controlling ਦੇ ਵਿੱਚ ਬੱਚੇ ਪੜ੍ਹਿਆ ਹੈ ਪਹਿਲਾਂ ਕਿ ਵੈਰੀਫਾਈਂਗ what is being accomplished, that is noting down actual performance, comparing it with predetermined standards, measuring deviation and finding out the reasons for such deviation so that corrective actions can be taken in time in order to secure future performance। ਠੀਕ ਹੈ, ਕੰਟਰੋਲਿੰਗ ਦੇ ਵਿੱਚ ਉਹਨੇ ਕੀ ਕਹਿਤਾ ਵਾ ਕਿ ਬੱਚੇ ਤੁਸੀਂ ਪਹਿਲਾਂ ਸਟੈਂਡਰਡ ਬਣਾਇਆ, ਸਟੈਂਡਰਡ ਕਿ ਤੁਸੀਂ 100 ਯੂਨਿਟ ਬਣਾਉਣੇ। ਮੈਂ ਪਹਿਲਾਂ ਵੀ ਬਹੁਤ ਵਾਰੀ ਸਮਝਾ ਚੁੱਕੀ ਹਾਂ 100 ਯੂਨਿਟ ਬਣਾਉਣੇ ਆ, ਅਤੇ ਬਟ ਐਕਚੁਅਲ ਕਿੰਨੇ ਬਣੇ, 80 ਬਣੇ। ਕੰਪੇਅਰ ਕੀਤਾ ਕਿੰਨਾ ਡਿਫਰੈਂਸ ਆਇਆ, 100 - 80, 20 ਦਾ ਡਿਫਰੈਂਸ ਆਇਆ। ਫਿਰ ਉਹਦੇ ਵਿੱਚ ਕਰੈਕਟਿਵ ਡੇਵੀਏਸ਼ਨਸ ਲੈਣੇ, ਕਰੈਕਟਿਵ ਮੇਜਰਸ ਲੈਣੇ ਕਿ ਅਗਲੀ ਵਾਰੀ ਉਹ ਜਿਹੜਾ 20 ਦਾ ਡਿਫਰੈਂਸ ਵੀ ਨਹੀਂ ਆਉਣਾ ਚਾਹੀਦਾ। ਠੀਕ ਹੈ ਜੀ, ਸਮਝ ਆ ਗਈ ਹੈ, ਪੱਲੇ ਪਈ ਮੇਰੀ ਗੱਲ। ਸੋ ਕੰਟਰੋਲਿੰਗ ਦੇ ਵਿੱਚ ਮੈਨੇਜਰ ਇਹ ਵੇਖਦਾ ਵਾ ਕਿ ਜੇ ਕੋਈ ਕਿਤੇ ਗਲਤੀ ਹੋ ਗਈ ਆ ਤਾਂ ਅਗਲੀ ਵਾਰੀ ਉਹ ਗਲਤੀ ਨਹੀਂ ਹੋਣੀ ਚਾਹੀਦੀ। ਠੀਕ ਹੈ ਜੀ, ਸਮਝ ਆ ਗਈ ਬੱਚੇ, ਇੱਥੋਂ ਤੱਕ ਹੀ ਕਰੋਗੇ, ਇਸ ਤੋਂ ਅੱਗੇ ਆ ਚੀਜ਼ ਕਰਨ ਦੀ ਕੋਈ ਲੋੜ ਨਹੀਂ ਹੈਗੀ। ਦੈਟਸ ਆਲ ਫॉर ਟੂਡੇ। ਬੱਚੇ ਮੈਂ ਤੁਹਾਨੂੰ ਬਾਰ-ਬਾਰ ਕਹਦੀ ਕਿ ਸੈਕਿੰਡ ਚੈਪਟਰ 'ਚੋਂ ਵੀ ਤੁਸੀਂ ਉਹ ਕਰ ਸਕਦੇ ਜੋ ਫੰਕਸ਼ਨਸ, ਅਤੇ ਜਾਂ ਇੱਥੋਂ ਕਰ ਸਕਦੇ ਹੋ, ਵਨ ਐਂਡ ਸੇਮ ਥਿੰਗ ਆ। ਠੀਕ ਹੈ, ਦੈਟਸ ਆਲ ਫॉर ਟੂਡੇ। ਦੇ ਬੱਚੇ ਤੁਹਾਡਾ ਚੈਪਟਰ ਫਿਨਿਸ਼ ਹੋ ਗਿਆ।